प्यारे दर्शकों का एक बार फिर हार्दिक स्वागत। मैं तुहाडा अपना गुरप्रीत सिंह संधू। मेरे नाल ने मेरे साथी अर्जुन शर्मा जी, संपादक पंचायतनामा। तो अज असी एक विषय उत्ते गलबात करनी सी ते उहदे वास्ते अज असी विशेष तौर पर आए हैं माँ बगला मुखी धाम गुलमोहर कलोनी जलंधर दे विच ही है। तो जिवें असी सारे जानते हैं, तो शर्मा जी इस पावन स्थान पर आपां आए हैं तो इत्थे लगदा कि असी जिहड़ी डिस्कशन करनी आ उहदे विच तुहाडे जिहड़े आ विचार है वह भी पूरी पावनता दे नाल बाहर आउणगे। तो जिहड़ा विशा साडा जी विषय दे उत्ते मैं जी गल करां ते पिछले दिनी कुछ अजिहियां घटनावां वापरियां ने जिहड़ा कि किसानी अंदोलन बड़े लंबे अरसे तो चल रहा। पहले पंजाब शुरू होया, फिर दिल्ली दीआं बरूहां ते उस तो बाद हुण पंजाब दे विच भी फिर असर दिखा रहा। तो उहदे जिहड़ी एक नवीं जिहड़ी उहदे चीज़ देखण नूं मिली है, शायद मेरे तजर्बे 'च तां पहली वारी आया कि पंजाब सरकार ने कुछ अजिहे आड़तियां उत्ते मुकदमे दर्ज करवाए ने जिन्हां दे उत्ते इल्जाम है कि उन्हां कोलों हज़ारां बोरियां जिहड़ियां ने, हज़ारां टन जिहड़ी कणक बरामद होई है उस दिन बरामद हुंदी है जिस दिन कि पंजाब दे विच मंडियां दे विच किसानां दी फसल विक्री लई आउणी सी, उस तो एक दिन ऐन पहलां। किवें देखदे हो सारे मामले नूं? संधू साहब, किसान तो ਲੱਖਾਂ ਦੀ ਤਾਦਾਦ ਵਿੱਚ ਬੈਠੇ ਦਿੱਲੀ ਬਾਰਡਰਾਂ 'ਤੇ। ਪੰਜਾਬ ਦੇ ਖੇਤਾਂ ਦੇ ਵਿੱਚ ਹਾਲੇ ਫਸਲ ਜਿਹੜੀ ਹੈ ਉਹ ਪੂਰੀ ਤਰ੍ਹਾਂ ਪੱਕੀ ਨਹੀਂ ਹੈ ਔਰ ਨਾ ਹੀ ਕਟਾਈ ਦਾ ਕੋਈ ਵੀ ਕਿਸੇ ਕਿਸਮ ਦਾ ਕੋਈ ਸਾਡੇ ਸਾਹਮਣੇ ਆਇਆ ਐਸਾ ਵਰਤਾਂਤ ਕਿ ਕਟਾਈ ਸ਼ੁਰੂ ਹੋਈ ਹੋਵੇ। ਹਾਂ, ਕਟਾਈ ਦੀਆਂ ਤਿਆਰੀਆਂ ਉਹਦੇ ਵਾਸਤੇ ਜੋ ਵੀ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਐਡਵਾਂਸ ਤਿਆਰੀਆਂ ਦੇ ਵਿੱਚ ਉਹ ਤਾਂ ਕੀਤੇ ਜਾ ਰਹੇ ਹੈ। ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਨਾ ਫਸਲ ਦੀ ਕਟਿੰਗ ਹੋਈ ਹੈ, ਨਾ ਕੋਈ ਉਹ ਜਿਹਨੂੰ ਕਹਿੰਦੇ ਆਪਾਂ ਕਿ ਦਾਣੇ ਬਾਹਰ ਕੱਢੇ ਗਏ ਆ ਜਿਹੜੇ ਫਸਲ ਦੇ ਕਹਾਈ ਕਢਾਈ। ਹਾਂ, ਔਰ 50 ਟਰੱਕ ਦੇ ਆਸ-ਪਾਸ ਜਿਹੜੇ ਆ ਕਣਕ ਦੇ ਲੱਦੇ ਹੋਏ ਬੋਰੀਆਂ 'ਚ ਪਈ ਹੋਈ ਉਹ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਦੇਖੀ ਗਈ ਹੈ ਔਰ ਪਕੜੀ ਹੈ ਔਰ ਕਿਸਾਨਾਂ ਨੇ ਪਕੜੀ ਹੈ। ਔਰ ਇਕੱਲੇ ਰੋਪੜ ਦੇ ਵਿੱਚ ਪਕੜੀ ਹੈ ਜੀ, ਸੋਲਖੀਆਂ ਜਿਹੜਾ ਉਹਦਾ ਟੋਲ ਪੈਂਦਾ ਉਹਦੇ ਨਜ਼ਦੀਕ ਜਿਹੜੀ ਆ 50 ਟਰੱਕ ਇੱਕ ਥਾਂ ਤੋਂ ਮਿਲੇ ਨੇ। ਨਹੀਂ, ਕੁਛ ਫਿਰੋਜ਼ਪੁਰ ਦੇ ਕੋਲ ਵੀ ਉਹ ਤਾਂ ਬਹੁਤ ਜ਼ਿਆਦਾ ਗਿਣਤੀ ਹੈ ਜੀ ਪੰਡਿਤ ਜੀ। ਹਾਂਜੀ ਹਾਂਜੀ, ਉਹ ਤਾਂ 9-10 ਹਜ਼ਾਰ ਇੱਕ ਥਾਂ 'ਤੇ ਦਿੱਤੇ ਜਾ ਰਹੇ ਸੀ ਔਰ ਉਸ ਤੋਂ ਵੀ ਜ਼ਿਆਦਾ ਜਿਹੜੀ ਗਿਣਤੀ ਆ ਉਹ ਦੂਜੇ ਥਾਂ 'ਤੇ ਵੀ ਦੱਸੀ ਜਾ ਰਹੀ ਸੀ। ਅਸਲ ਦੇ ਵਿੱਚ ਉਹ ਜਿਹੜੀ ਕਣਕ ਹੈ ਨਾ, ਉਹ ਕਣਕ ਪਕੜਿਆ ਜਾਣਾ ਹੀ ਇਹ ਸਾਰੇ ਖੇਲ ਦਾ ਐਕਸਪੋਜ਼ਰ ਹੈ ਜਿਹੜਾ ਕਿ ਪਿਛਲੇ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਸੀ। ਔਰ ਉਹਦੇ ਵਿੱਚ 2-3 ਚੀਜ਼ਾਂ ਬੜੀਆਂ ਆਪਣੇ ਆਪ 'ਚ ਕਨੈਕਟ ਕਰਦੀਆਂ ਕਿ ਕੇਂਦਰ ਸਰਕਾਰ ਜਿਹੜਾ ਜ਼ੋਰ ਲਗਾ ਰਹੀ ਹੈ ਜਾਂ ਜਿਹੜਾ ਉਹ ਪ੍ਰੈਸ਼ਰ ਕਰ ਰਹੀ ਹੈ ਇਸ ਗੱਲ ਦਾ ਕਿ ਅਕਾਊਂਟ ਦੇ ਵਿੱਚ ਡਾਇਰੈਕਟ ਪੇਮੈਂਟ ਜਾਣੀ ਹੈ ਕਿਸਾਨ ਦੇ, ਉਹਦੇ ਨਾਲ ਇਸ ਚੀਜ਼ ਦਾ ਬੜਾ ਗਹਿਰਾ ਤਾਲੁਕ ਹੈ। ਅੱਛਾ, ਕਿਵੇਂ ਜੀ? ਅਸਲ ਦੇ ਵਿੱਚ ਕੀ ਮੋਡਸ ਪ੍ਰੈਂਡੀ ਕੀ ਚੱਲਦੀ ਆ ਰਹੀ ਹੈ ਹੁਣ ਤੱਕ ਦੀ, ਔਰ ਕੀ ਇਸ ਅੰਦੋਲਨ ਦੇ ਪਿੱਛੇ ਆੜਤੀਆਂ ਦੀ ਜਿਹੜੀ ਐਕਟੀਵੇਸ਼ਨ ਸੀ ਉਹਦਾ ਵੀ ਹੁਣ ਸਿਰਾ ਜਿਹੜਾ ਵਾ ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਆੜਤੀ ਜਿਹੜੇ 2.5% ਦੀ ਆੜਤ ਲੈ ਕੇ ਕੰਮ ਕਰਦੇ ਆ ਉਹਨਾਂ ਨੂੰ ਸਿਸਟਮ 'ਚੋਂ ਕਿਤੇ ਵੀ ਬਾਹਰ ਨਹੀਂ ਕੀਤਾ ਗਿਆ। ਮਤਲਬ ਉਹਦੀ ਜ਼ਾਹਰਾ ਕਮਾਈ ਹੈ, ਜ਼ਾਹਰ ਤੌਰ 'ਤੇ ਉਹਦੀ ਜ਼ਾਹਿਰ ਤੌਰ 'ਤੇ ਕਮਾਈ ਹੈ ਔਰ ਉਹਦੀ ਉਹ ਜਾਇਜ਼ ਕਮਾਈ ਹੈ, ਲੀਗਲ ਕਮਾਈ ਹੈ ਜਿੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਸਵਾਲ ਸਿਰਫ ਇੱਥੇ ਆ ਕੇ ਇੱਥੇ ਖੜਦਾ ਹੈ ਕਿ ਉਹ ਜਿਹੜੀ ਕਮਾਈ ਸੀਗੀ ਨਾ, ਉਸ ਕਮਾਈ ਦੇ ਵਿੱਚ ਕਈ ਹੋਰ ਐਸੇ ਪੈਂਤਰੇ ਸ਼ਾਮਲ ਸੀ ਜਿਨ੍ਹਾਂ ਦਾ ਉਹ ਜੋ ਕਰਦੇ ਸੀ, ਉਹ ਪੈਂਤਰੇ ਇਸਤੇਮਾਲ ਕਰਦੇ ਸੀ, ਉਹ ਕਿਸਾਨ ਦੇ ਨਾਂ 'ਤੇ ਕਰਦੇ ਸੀ, ਕਿਸਾਨ ਦੀ ਆੜ 'ਚ ਕਰਦੇ ਸੀ ਔਰ ਖੇਡ ਆਪਣਾ ਖੇਡਦੇ ਸੀ। ਇਹ ਕਣਕ ਜਿਹੜੀ ਹੈ ਇਹ ਰਾਜਸਥਾਨ ਔਰ ਨਾਲ ਦੇ ਪ੍ਰਦੇਸ਼ਾਂ ਤੋਂ ਆਈ ਹੈ ਜਿੱਥੇ 10 ਰੁਪਏ 12 ਰੁਪਏ 14 ਰੁਪਏ ਤੱਕ ਕਣਕ ਮਿਲ ਜਾਂਦੀ ਹੈ ਔਰ ਉੱਥੇ MSP ਲਾਗੂ ਨਹੀਂ ਹੈ। ਪੰਜਾਬ ਦੇ ਵਿੱਚ MSP ਲਾਗੂ ਹੈ, ਹਰਿਆਣਾ 'ਚ ਲਾਗੂ ਹੈ ਔਰ UP ਦੇ ਛੋਟੇ ਜਿਹੇ ਪਾਰਟ 'ਚ ਲਾਗੂ ਹੈ। ਹੁਣ ਸਵਾਲ ਇਹ ਹੈ ਕਿ ਉਹ ਕਣਕ ਇੱਥੇ ਆਈ ਕਿਉਂ? ਵਿਕਣ ਵਾਸਤੇ ਆਈ। ਉਹ ਕਿੱਦਾਂ ਵਿਕਦੀ? ਉਹ ਇੱਦਾਂ ਵਿਕਦੀ ਕਿ ਮੰਡੀਆਂ ਦੇ ਪਿੱਛੇ ਉਹ ਟਰੱਕ ਲਾ ਕੇ ਖੜੇ ਹੋ ਜਾਂਦੇ, ਕਿਸਾਨਾਂ ਦੀ ਆਵਕ ਸ਼ੁਰੂ ਹੁੰਦੀ। ਜਿੱਦਾਂ ਉਹ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਕਿ ਇਲੈਕਸ਼ਨ ਦੇ ਵਿੱਚ ਚੰਦਾ ਇਕੱਠਾ ਕਰਨ ਵਾਸਤੇ ਲੀਡਰ ਜਿਹੜਾ ਵਾ ਝੋਲੀ ਫੜ ਕੇ ਨਾ ਅਤੇ ਘਰ ਘਰ ਜਾ ਕੇ ਕਹਿੰਦਾ ਜੀ ਮੈਨੂੰ ਪੈਸੇ ਦਿਓ, ਮੇਰੇ ਕੋਲ ਪੈਸੇ ਨਹੀਂ ਹੈਗੇ। ਕੋਈ ਚਵਾਨੀ ਪਾਉਂਦਾ, ਕੋਈ ਥੈਲੀ ਪਾਉਂਦਾ, ਕੋਈ ਰੁਪਈਆ ਪਾਉਂਦਾ, ਉਹਦੇ 100 ਕਰੋੜ ਆਪਣਾ ਮਿਸ ਕਰਕੇ ਸ਼ਾਮੀ ਕਹਿੰਦਾ ਜੀ ਜਨਤਾ ਨੇ 105 ਕਰੋੜ ਰੁਪਏ ਦੇ ਦਿੱਤਾ। ਇਸ ਤਰੀਕੇ ਨਾਲ ਇਹ ਕਣਕ ਜਿਹੜੀ ਸੀ ਇਹ ਕਿਸਾਨ ਮੰਡੀਆਂ 'ਚ ਲੈ ਆਏ। ਖਬਰਾਂ ਕੀ ਆਉਣੀਆਂ ਸੀ ਕਿ ਬੜੀ ਤੇਜ਼ੀ ਨਾਲ ਪ੍ਰੋਕਿਉਰਮੈਂਟ ਹੋ ਰਹੀ ਹੈ, ਸਰਕਾਰੀ ਏਜੰਸੀਆਂ ਨੇ ਪੂਰੇ ਫੱਟੇ ਚੱਕੇ ਪਏ ਔਰ ਇੰਨੇ 1000 ਟਨ ਮੀਟ੍ਰਿਕ ਟਨ ਜਿਹੜੀ ਹੈ ਉਹ ਅਸੀਂ ਪਹਿਲੇ ਹਫ਼ਤੇ 'ਚ ਹੀ ਆਪਣਾ ਟਾਰਗੇਟ ਪੂਰਾ ਕਰ ਲਿਆ ਹੈ। ਪੰਜਾਬ ਨੇ ਬੱਲੇ ਬੱਲੇ ਬੰਪਰ ਫਸਲ ਦੇ ਦਿੱਤੀ ਹੈ। ਕੇਂਦਰ ਦੀਆਂ ਕੁਝ ਏਜੰਸੀਆਂ ਐਸੀਆਂ ਹੈ ਜਿਨ੍ਹਾਂ ਦੀ ਇਹ ਰਿਪੋਰਟ ਹੈ
ਕਿ ਪੰਜਾਬ ਦੇ ਵਿੱਚ ਜਿੰਨੀ ਪ੍ਰੋਕਿਉਰਮੈਂਟ ਹੁੰਦੀ ਹੈ ਔਰ ਜਿੰਨੀ FCI ਪਰਚੇਜ਼ ਕਰਦੀ ਹੈ, ਸੈਂਟਰ ਗਵਰਨਮੈਂਟ ਪਰਚੇਜ਼ ਕਰਦੀ ਹੈ, ਉਹਦੀ ਜਿਹੜੀ ਪੈਮਾਇਸ਼ ਹੈ, ਉਹਦੀ ਜਿਹੜੀ ਜਿੰਨੀ ਉਹਦਾ ਵਜ਼ਨ ਹੈ, ਉਨੇ ਵਜ਼ਨ ਕਣਕ ਜਿਹੜੀ ਹੈ ਉਹ ਪੰਜਾਬ ਦੀ ਜਿੰਨੀ ਲੈਂਡ ਹੈ ਔਰ ਪਰ ਏਕੜ ਦੇ ਵਿੱਚ ਜਿੰਨਾ ਐਵਰੇਜ ਹੈ, ਉਹਦੇ ਨਾਲ ਅਗਰ ਮਲਟੀਪਲਾਈ ਕਰਕੇ ਦੇਖਦੇ ਤਾਂ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਕਣਕ ਨਿਕਲ ਆਉਂਦੀ ਹੈ। ਕਹਿਣ ਦਾ ਭਾਵ ਕਿ ਉਨੀ ਉਪਜ ਨਹੀਂ ਹੈ ਜਿੰਨੀ ਇੱਥੋਂ ਕਣਕ ਜਿਹੜੀ ਉਹ ਵਿਕ ਜਾਂਦੀ ਹੈ, ਕਿਉਂਕਿ MSP ਲਾਗੂ ਹੈ ਪੰਜਾਬ 'ਚ ਔਰ ਉਸ MSP ਦਾ ਜਿਹੜਾ ਫਾਇਦਾ ਹੈ, ਇਹ ਵਾਲੀ ਕਣਕ ਦੀ ਵਿਕਰੀ ਦਾ ਫਾਇਦਾ ਕਿਸਾਨ ਨੂੰ ਕੋਈ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਇਹ ਉਸ ਕਿਸਾਨ ਨਾਲ ਵੀ ਠੱਗੀ ਹੈ ਜਿਹਦੇ ਕੋਲ ਖਰੀਦ ਕੇ ਲਈ ਜਾਂਦੀ ਹੈ ਔਰ ਜਿਸ ਤਰੀਕੇ ਨਾਲ ਵੇਚੀ ਜਾਂਦੀ ਹੈ, ਇਹ ਸੈਂਟਰ ਗਵਰਨਮੈਂਟ ਨਾਲ ਵੀ ਠੱਗੀ ਹੈ ਔਰ ਪੰਜਾਬ ਦੇ ਕਿਸਾਨ ਨਾਲ ਵੀ ਠੱਗੀ ਹੋ ਗਈ ਕਿ ਉਹਦੇ ਨਾਂ 'ਤੇ ਵਿਕ ਗਈ ਆ। ਪੰਜਾਬ ਦੇ ਕਿਸਾਨ ਨੂੰ ਹੋਲਡ ਕਰਾਉਂਦੇ ਆ ਕਿ ਤੇਰੀ ਗਿੱਲੀ ਹੈ, ਤੇਰੀ ਕਾਲੀ ਹੈ, ਇਹ ਹਲੇ ਸਿੱਲੀ ਹੈ, ਇਹਦੇ ਵਿੱਚ ਬੂਰ ਹੈ, ਇਹਦੇ ਵਿੱਚ ਕਾਲਾਪਣ ਹੈ, ਇਹ ਹਲਕੀ ਬੜੀ ਹੈ ਕਿ ਇਹਦੇ ਵਿੱਚ ਫੋਕ ਬਹੁਤ ਜ਼ਿਆਦਾ ਹੈ। ਦੇਖਦੇ ਆ ਇਹਨੂੰ 2 ਦਿਨ ਪਈ ਰਹਿੰਦੇ, 4 ਦਿਨ ਪਈ ਰਹਿੰਦੇ, ਇਹਨੂੰ ਸੁੱਕ ਲੈਂਦੇ, ਦੇਖ ਲੈਂਦੇ ਆ, ਕਰ ਲੈਂਦੇ ਆ ਔਰ ਉਹਦੀ ਆੜ ਦੇ ਪਰਲਾ ਮਾਲ ਜਿਹੜਾ ਵਾ ਉਹ ਬਾਰੋਂ ਬਾਰ ਨਿਕਲ ਜਾਂਦਾ ਸੀ। ਹੁਣ ਜਦੋਂ ਕੇਂਦਰ ਸਰਕਾਰ ਨੇ ਇਹ ਪ੍ਰੈਸ਼ਰ ਕਰਤਾ ਕਿ ਅਸੀਂ ਜਿਸ ਕਿਸਾਨ ਦੀ ਜ਼ਮੀਨ ਹੈ ਉਹ ਆਪਣੇ ਦਸਤਾਵੇਜ਼ ਦੇਵੇ, ਜਿਹਨੂੰ ਆਪਾਂ ਜਮ੍ਹਾਂਬੰਦੀ ਕਹਿੰਦੇ ਆ ਨਾ, ਉਹ ਕਾਗਜ਼ਾਂ ਦਾ ਕੀ ਫਾਰਮੂਲਾ ਸਾਡੇ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ, ਉਹ ਜਿਹੜਾ ਕਲੀਅਰ ਕਰੋ। ਜਮ੍ਹਾਂਬੰਦੀ ਹੁੰਦੀ ਹੈ ਜਿਹਦੇ ਵਿੱਚ ਇਹ ਦਰਜ ਹੁੰਦਾ ਕਿ ਇਹਦਾ ਮਾਲਕ ਕੌਣ ਹੈ ਔਰ ਕਾਸ਼ਤਕਾਰ ਕੌਣ ਹੈ। ਠੀਕ ਹੈ ਨਾ। ਅਗਰ ਕਾਸ਼ਤਕਾਰ ਦੀ ਉਹ 'ਚ ਐਂਟਰੀ ਨਹੀਂ ਵੀ ਹੈਗੀ ਤੇ ਅਗਰ ਉਹ ਜ਼ਮੀਨ ਕਾਸ਼ਤ 'ਤੇ ਲਈ ਹੈ ਕਾਸ਼ਤਕਾਰ ਨੇ, ਤੇ ਉਹ ਉਸ ਐਗਰੀਮੈਂਟ ਦੀ ਕਾਪੀ ਜਿਹੜਾ ਕਿ ਉਹਨੇ ਆਪਣੇ ਜਿਹਦੇ ਕੋਲ ਜ਼ਮੀਨ ਲਈ ਹੈ ਭਾੜੇ 'ਤੇ, ਉਹਦੇ ਨਾਲ ਉਹਦੀ ਐਗਰੀਮੈਂਟ ਦੀ ਕਾਪੀ ਜਦੋਂ ਲਗਾ ਦੇਗਾ ਤੇ ਉਹ ਸਰਕਾਰ ਮੰਨ ਲੈਂਦੀ ਕਿ ਇਹਨੇ ਇੰਨੇ ਲੈਂਡ 'ਚ ਖੇਤੀ ਕੀਤੀ ਹੈ ਔਰ ਇਹਦੇ ਖਾਤੇ 'ਚ ਪੈਸੇ ਜਾਣਗੇ। ਠੀਕ ਹੈ ਨਾ। ਔਰ ਇਹਦੀ ਕ੍ਰਾਸ ਚੈਕਿੰਗ ਵਾਸਤੇ ਉਹ ਕਿਸਾਨ ਚੋਂ ਅੱਜ ਤੱਕ ਖੇਤੀ ਕਰ ਨਹੀਂ ਰਿਹਾ, ਪੁਰਾਣਾ ਕਰ ਰਿਹਾ, ਉਹਦੇ ਉੱਪਰ ਉਹਨੇ ਕਈ ਤਰ੍ਹਾਂ ਦੇ ਬੈਂਕ ਤੋਂ ਲੋਨ ਵੀ ਲਏ ਹੋਣਗੇ, ਉਹਦੀਆਂ ਲਿਮਿਟਸ ਬਣੀਆਂ ਹੋਣਗੀਆਂ, ਉਹਦੇ ਆਧਾਰ ਕਾਰਡ ਨੰਬਰ ਔਰ ਫੋਨ ਨੰਬਰ ਔਰ ਬੈਂਕ ਅਕਾਊਂਟ ਅਟੈਚ ਹੋਣਗੇ। ਇਹਨਾਂ ਸਾਰੀਆਂ ਚੀਜ਼ਾਂ ਤੋਂ 1 ਮਿੰਟ ਵਿੱਚ ਕੇਂਦਰ ਦੀ ਸਰਕਾਰ ਵੈਰੀਫਾਈ ਕਰ ਸਕਦੀ ਹੈ ਕਿ ਹਾਂ ਇਹਨੇ ਅਗਰ 5 ਏਕੜ ਦੀ ਜ਼ਮੀਨ ਦੇ ਕਾਗਜ਼ ਦੱਸੇ ਆ ਔਰ ਉਹ 5 ਏਕੜ ਦੇ ਹੀ ਉੱਥੇ ਬੋਲਦੇ ਪਏ ਆ। ਹੁਣ ਪੰਡਤ ਜੀ ਤੁਹਾਡੀ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ, ਇਹਦੇ 'ਚ ਇੱਕ ਚੀਜ਼ ਹੋਰ ਇੱਥੇ ਸਵਾਲ ਆ ਜਾਂਦਾ, ਨਾਲ ਲੱਗਦਾ ਜੋ ਚਰਚਾ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਕਿ ਸਰਕਾਰ ਜੇ ਇਸ ਤਰ੍ਹਾਂ ਕਰ ਦਿੰਦੀ ਹੈ ਕਿ ਸਾਰੇ ਕਾਗਜ਼ ਜਿਹੜੇ ਦੇਣੇ ਪੈਣਗੇ, ਤੇ ਉਹ ਕਹਿੰਦੇ ਜਿਹੜੇ ਬਾਹਰ ਬੈਠੇ ਨੇ, ਜਿਹੜੇ ਠੇਕੇ ਉੱਤੇ ਕਣਕ ਜਿਹੜੀ ਹੈ ਜ਼ਮੀਨ ਆਪਣੀ ਦਿੰਦੇ ਨੇ ਇੱਥੋਂ ਦੇ ਲੋਕਾਂ ਨੂੰ, ਕਿ ਉਹਨਾਂ ਉੱਤੇ ਨਾਲ ਕਹਿੰਦੇ ਜੀ ਉਹਨਾਂ ਨੇ GST ਲਾਤਾ ਜੀ, ਉਹ ਕਿੱਦਾਂ ਕਰਨਗੇ, ਉਹ ਤਾਂ ਜ਼ਮੀਨਾਂ ਵੇਚ ਦੇਣਗੇ। ਕਿਵੇਂ ਦੇਖਦੇ ਹੋ? ਦੇਖੋ ਗੱਲ ਇਹ ਹੈ ਕਿ ਕਿਸਾਨ ਜਿਹੜਾ ਜ਼ਮੀਨ ਲੈ ਰਿਹਾ ਨਾ ਠੇਕੇ 'ਤੇ, ਉਹਨੂੰ ਕੋਈ GST ਨਹੀਂ ਲੱਗਣੀ ਹੈਗੀ। ਜਿਹੜਾ ਕਮਾਈ ਕਰ ਰਿਹਾ, ਜਿਹਦੇ ਕੋਲ 100 ਏਕੜ ਹੈ, ਉਹ 100 ਏਕੜ ਦੀ 100 ਏਕੜ ਅਗਰ ਠੇਕੇ 'ਤੇ ਦੇਤੀ ਉਹਨੇ, ਉਹਦਾ 30,000 ਜਾਂ 40,000 ਰੁਪਏ ਸਾਲ ਦੇ ਹਿਸਾਬ ਨਾਲ ਉਹਦਾ ਤਾਂ ਬਣ ਗਿਆ 30 ਲੱਖ ਰੁਪਈਆ। ਠੀਕ ਹੈ ਜੀ। ਅਤੇ ਉਹ 30 ਲੱਖ ਰੁਪਈਆ ਜਿਹਨੇ ਕਮਾਇਆ, ਜੋ ਟੈਕਸ ਨਹੀਂ ਦੇਗਾ, ਤਾਂ ਫਿਰ ਉਹ ਸਾਰੀ ਕਮਾਈ ਕਿੱਥੇ ਲੈ ਕੇ ਜਾਏਗਾ? ਕੀ ਸਰਕਾਰ ਨੂੰ ਟੈਕਸ ਨਹੀਂ ਚਾਹੀਦਾ? ਹਾਲਾਂਕਿ 100 ਏਕੜ ਦਾ ਕੋਈ ਜਿਹੜਾ ਠੇਕੇ ਤੇ ਬਹੁਤ ਘੱਟ ਦੁਨੀਆ ਜਿਹੜੇ 100 ਏਕੜ ਆਪਣਾ ਟੱਕ ਕਿਸੇ ਨੂੰ ਦੇ ਦੇਵੇ, 10 ਏਕੜ। ਲੇਕਿਨ ਗੱਲ ਹੈ ਕਿ ਕਿਸੇ ਦੀ 2 ਏਕੜ 3 ਏਕੜ 5 ਏਕੜ। ਲੇਕਿਨ ਇੱਕ ਚੀਜ਼ ਇੱਥੇ ਲੱਗਦਾ ਕਿ ਸਰਕਾਰ ਦੀ ਜਿਹੜੀ ਮਨਸ਼ਾ ਹੈ ਕਿ ਇੱਕ ਉਹ ਕਮਾਈ ਸੀ ਜਿਹੜੀ ਤਾਂ ਕਿਸਾਨ ਉਪਜ ਕਰਕੇ ਉਗਾਉਂਦਾ, ਜਿਹੜਾ ਉਹਦੀ ਕਮਾਈ ਹੈ। ਇੱਕ ਉਹ ਕਮਾਈ ਹੈ ਜਿਹੜਾ ਉਹਨੂੰ ਉੱਕਾ ਪੁੱਕਾ ਜਿਹਦੀ ਜ਼ਮੀਨ ਹੈ ਠੇਕੇ 'ਤੇ ਦੇ ਦਿੰਦਾ ਤੇ ਉਹ ਪੈਸੇ ਲੈ ਜਾਂਦਾ, ਲੇਕਿਨ ਉਸ ਪੈਸੇ ਉੱਤੇ ਵੀ ਟੈਕਸ ਨਹੀਂ ਸੀ ਕੋਈ ਵੀ। ਹੁਣ ਲੱਗਦਾ ਕਿ GST ਲਗਾ ਕੇ ਸਰਕਾਰ ਨੇ ਕਿਹਾ ਵੀ ਜੇ ਤੂੰ ਕਾਸ਼ਤਕਾਰ ਨਹੀਂ ਹੈ, ਜੇ ਤੂੰ ਕਿਸਾਨ ਨਹੀਂ ਹੈ, ਤੂੰ ਕਾਰਪੋਰੇਟਰ ਹੈ, ਸਮਝ ਲਓ ਇੱਕ ਤਰੀਕੇ ਨਾਲ, ਵੀ ਪਿੱਛੇ ਬੈਠਾ ਤੂੰ ਚਲਾ ਰਿਹਾ ਤੇ ਤੂੰ ਟੈਕਸ ਜਿਹੜਾ ਉਹ ਦੇਣਾ ਆ। ਪਰ ਉਹਦਾ ਨੈਗੇਟਿਵ ਅਸਰ ਕੀ ਪੈਂਦਾ ਆਮ ਕਿਸਾਨੀ 'ਤੇ? ਨੈਗੇਟਿਵ ਅਸਰ ਜਿਹੜਾ ਹੈ ਨਾ, ਉਹਦੀਆਂ ਕਈ ਤਰ੍ਹਾਂ ਦੇ ਤਰਕ ਦਿੱਤੇ ਜਾਂਦੇ ਕਿ ਨੈਗੇਟਿਵ ਅਸਰ ਕੀ ਹੋਏਗਾ। ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਕਾਸ਼ਤ ਜਿਹੜਾ ਕਰਦਾ ਖੇਤੀ ਕਿਸਾਨ ਉਹ ਹੈ ਜਿਹਨੇ ਜ਼ਮੀਨ ਦਿੱਤੀ ਹੈ। ਹੁਣ ਸ਼ਹਿਰਾਂ ਦੇ ਵਿੱਚ ਲੋਕ ਘਰ ਬਣਾਉਂਦੇ ਆ, ਮਕਾਨ ਕਿਰਾਏ 'ਤੇ ਦਿੰਦੇ ਆ, ਕਿ ਉਹਦਾ ਟੈਕਸ ਨਹੀਂ ਲੱਗਦਾ? ਉਹਨਾਂ ਨੂੰ ਟੈਕਸ ਦੇਣਾ ਪੈਂਦਾ। ਅਤੇ ਇਹ ਟੈਕਸ ਉਸ ਬੰਦੇ ਨੂੰ ਹੈ ਜਿਹੜਾ ਕਿਸਾਨੀ ਨਹੀਂ ਕਰ ਰਿਹਾ, ਜਿਹਨੇ ਆਪਣੀ ਜ਼ਮੀਨ ਠੇਕੇ ਦੇ ਕੇ ਉਹਦੀ ਕਮਾਈ ਕੀਤੀ ਹੈ। ਉਹ ਕਿਸਾਨੀ ਦੇ ਦਾਇਰੇ 'ਚ ਨਹੀਂ ਆਉਂਦੀ, ਇਸ ਕਰਕੇ ਉੱਤੇ ਟੈਕਸ ਲੱਗ ਗਿਆ। ਇੱਥੇ ਤਾਂ ਗੱਲ ਹੋਰ ਜ਼ਿਆਦਾ ਆ ਗਈ ਜੀ। ਕਈ ਲੋਕਾਂ ਦਾ ਤਾਂ ਹੁਣ ਤੱਕ ਇਹ ਕਹਿਣਾ ਸੀਗਾ ਕਿ ਮੰਨ ਲਓ ਕਿਸੇ ਨੇ ਠੇਕੇ 'ਤੇ ਜ਼ਮੀਨ ਲਈ ਹੈ, ਜਿਹਨੇ ਠੇਕੇ 'ਤੇ ਦਿੱਤੀ ਹੋਈ ਆ, ਅਗਰ ਉਹਦੀ ਫਸਲ ਖਰਾਬ ਹੋ ਜਾਂਦੀ ਹੈ, ਸਰਕਾਰ ਉਹਦੀ ਫਸਲ ਦਾ ਕੋਈ ਮੁਆਵਜ਼ਾ ਦਿੰਦੀ ਹੈ, ਉਹ ਵੀ ਕਹਿੰਦੇ ਜਿਹੜਾ ਕਾਸ਼ਤਕਾਰ ਉਹਨੂੰ ਨਹੀਂ ਮਿਲਦਾ ਸੀ, ਉਹ ਜਿਹੜਾ ਜਿਹਨੇ ਠੇਕੇ 'ਤੇ ਦਿੱਤੀ ਉਹਨੂੰ ਮਿਲ ਜਾਂਦਾ ਸੀ। ਮੇਰੇ ਖਿਆਲ ਨਾਲ ਹੁਣ ਤਾਂ ਇਹ ਚੀਜ਼ ਖਤਮ ਹੋ ਜਾਏਗੀ, ਟੈਕਨੀਕਲੀ ਸਾਰਾ ਠੀਕ ਹੋ ਜਾਏਗਾ। ਜਦੋਂ ਕਾਸ਼ਤਕਾਰ ਨੂੰ ਦੇ ਰਿਕਾਰਡ 'ਚ ਕਾਸ਼ਤਕਾਰ ਦੇ ਬੈਂਕ ਅਕਾਊਂਟ ਜਿਹੜੇ ਹੈ ਉਹਦੇ ਵਿੱਚ ਪੈਸਾ ਜਦੋਂ ਆਉਣਾ ਹੈ, ਅਤੇ ਉਹ ਆਪਣੇ ਆਪ ਹੀ ਉਸ ਤੋਂ ਬਾਅਦ ਵੀ ਜਿਹੜਾ ਉਸ ਜ਼ਮੀਨ ਨਾਲ ਰਿਲੇਟਡ ਚੀਜ਼ ਹੋਏਗੀ, ਇਹ ਸਿਸਟਮ ਬਦਲਿਆ ਜਾ ਰਿਹਾ। ਇਹ ਪੁਰਾਣੀ ਵਿਵਸਥਾ ਜਿਹੜੀ ਸੀ ਨਾ, ਇਹ ਸੰਧੂ ਸਾਹਿਬ ਸਮਝਣ ਵਾਲੀ ਚੀਜ਼ ਹੈ ਕਿ ਇਹ ਸਾਰੀਆਂ ਪੁਰਾਣੀਆਂ ਵਿਵਸਥਾਵਾਂ ਦੇ ਵਿੱਚ ਕਿਸਾਨ ਦੀ ਜਿਹੜੀ ਗਲਾ ਘੁੱਟਿਆ ਹੋਇਆ ਸੀ ਨਾ, ਇਹ ਘੁੱਟਣ ਵਾਲੇ ਸੀਗੇ ART ਵਰਗ ਜਿਹੜਾ ਵਾ। ਅੱਜ ਵੀ ਕਿਸਾਨ ਅੰਦੋਲਨ ਨੂੰ ਤਾਂ ਪਤਾ ਹੀ ਨਹੀਂ ਕਿ ਪਿੱਛੋਂ ਬੈਕਅਪ ਤੋਂ ਪੈਸਾ ਕੌਣ ਲਗਾ ਰਿਹਾ।
ਆੜਤੀ ਵਰਗ ਜਿਹੜਾ ਵਾ ਉਹ ਕਿਸਾਨ ਨੂੰ ਇਹ ਕਹਿ ਕੇ ਕਿ ਤੁਹਾਡੀਆਂ ਜ਼ਮੀਨਾਂ ਚਲੀਆਂ ਜਾਣੀਆਂ, ਤੁਹਾਡਾ ਨੁਕਸਾਨ ਹੋ ਜਾਣਾ, ਬੇਸਿਕਲੀ ਉਹ ਜਿਹੜੀ ਹੈ ਠੱਗੀ ਪਕੜੀ ਗਈ ਹੈ ਨਾ, ਇਹ ਠੱਗੀ ਨੂੰ ਚਲਾਉਣ ਵਾਸਤੇ, ਤਾਂ ਕਿ ਉਹਦੀ ਠੱਗੀ ਚੱਲਦੀ ਰਹੇ, ਉਹਦੇ ਵਾਸਤੇ ਉਹ ਆਪਣੀ 2 ਨੰਬਰ ਦੀ ਕਮਾਈ 'ਚੋਂ ਉਧਰ ਫੰਡ ਕਰਦਾ ਸੀਗਾ। ਅੱਛਾ, ਇਹਦੇ 'ਚ ਹੁਣ ਇੱਕ ਗੱਲ ਆ ਗਈ ਜੀ, ਕੈਪਟਨ ਅਮਰਿੰਦਰ ਸਿੰਘ ਹੋਣੀ ਮੁੱਖ ਮੰਤਰੀ ਪੰਜਾਬ ਜੀ, ਉਹਨਾਂ ਦਾ ਹਾਲ ਹੀ 'ਚ ਬਿਆਨ ਇੱਕ ਆਇਆ ਕਿ ਆੜ੍ਹਤੀਆਂ ਨੂੰ ਰਾਜ਼ੀ ਕਰਨ ਵਾਸਤੇ ਇੱਕ ਤਾਂ ਉਹ ਕਹਿੰਦੇ ਜੀ ਮੈਂ ਸਿਸਟਮ 'ਚ ਕੋਈ ਤਬਦੀਲੀ ਜਿਹੜੀ ਆ ਸੌਫਟਵੇਅਰ 'ਚ ਪੰਜਾਬ 'ਚ ਕਰਦੀ, ਕਿਉਂਕਿ ਸੈਂਟਰ ਨਹੀਂ ਮੰਨਿਆ। ਉਹ ਕਹਿੰਦਾ ਵੀ ਮੈਂ ਜਿਹਦੇ ਕੋਲ ਚੀਜ਼ ਪਰਚੇਜ਼ ਕਰਨੀ ਆ ਇਹ ਉਹਦਾ ਹੱਕ ਹੈ ਕਿ ਉਹਨੂੰ ਪੂਰੇ ਪੈਸੇ ਜਾਣ। ਤੁਹਾਡੀ ਕਮਿਸ਼ਨ ਜਿਹੜੀ ਆ ਆੜ੍ਹਤੀ ਦੀ ਕਮਿਸ਼ਨ, ਮੈਂ ਉਹਨੂੰ ਵੀ ਨਹੀਂ ਰੋਕਦਾ, ਮੈਂ ਉਹਨੂੰ ਵੀ ਦੇ ਦੂੰਗਾ। ਪਰ ਕੈਪਟਨ ਸਾਹਿਬ ਜਿਹੜੇ ਆ ਉਹ ਕਿਤੇ ਨਾ ਕਿਤੇ ਇਹ ਕਹਿ ਰਹੇ ਆ ਜੀ ਵੀ ਜਿਹੜਾ ਆੜ੍ਹਤੀ ਸਿਸਟਮ ਆ ਇਹਨੂੰ ਤੁਸੀਂ ਛੇੜਛਾੜੇ ਦੇ ਨਾਲ ਨਾ ਕਰੋ, ਕਿਉਂਕਿ ਮੈਂ ਤਾਂ ਦਾਦੇ ਪੜਦਾਦੇ ਨੂੰ ਦੇਖਦਾ ਆ ਰਿਹਾ ਜੀ ਵੀ ਇਹ ਸਿਸਟਮ ਤਾਂ ਇੱਦਾਂ ਹੀ ਚੱਲਦਾ। ਤੁਸੀਂ ਕੈਪਟਨ ਸਾਹਿਬ ਨੂੰ ਔਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਆਪਸ ਵਿੱਚ ਕਿਵੇਂ ਦੇਖਦੇ ਹੋ? ਇਹ ਸਾਲ ਕਿਹੜਾ ਚੱਲਦਾ ਪਿਆ? 21 ਦਾ ਕਿਹੜਾ ਮਹੀਨਾ? 21 ਦਾ ਅਪ੍ਰੈਲ ਮਹੀਨਾ ਜੀ। ਇਲੈਕਸ਼ਨ ਕਦੋਂ ਹੈ? 1 ਸਾਲ ਬਾਅਦ। 1 ਸਾਲ ਬਾਅਦ। 10 ਮਹੀਨੇ ਨੇ। ਨਹੀਂ ਜੀ, ਨਹੀਂ। ਜਨਵਰੀ ਐਂਡ ਇਲੈਕਸ਼ਨ ਹੁੰਦੇ ਆ, ਅਪ੍ਰੈਲ ਚਲਾ ਗਿਆ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, 8 ਮਹੀਨੇ ਤਾਂ ਇਹ ਹੋ ਗਏ। 1 ਮਹੀਨਾ ਇਲੈਕਸ਼ਨ ਪ੍ਰੋਸੈਸ ਦਾ, ਔਰ 2 ਮਹੀਨੇ ਪਹਿਲਾਂ ਤੋਂ ਲੱਗ ਜਾਂਦਾ ਲੋਕ, ਕੋਈ ਕੰਮ ਨਹੀਂ ਕਰ ਸਕਦੀ ਸਰਕਾਰ। 6-7 ਮਹੀਨੇ ਤੇ ਕੰਮ ਕਰਨ ਦੇ ਰਹਿ ਗਏ ਆ। ਜੇ ਇਸ ਸਟੇਜ ਤੇ ਕੈਪਟਨ ਸਾਹਿਬ ਉਸ ਵਰਗ ਨੂੰ ਰਾਜੀ ਨਹੀਂ ਰੱਖਣਗੇ ਜਿੰਨੇ ਇਲੈਕਸ਼ਨ ਦੇ ਵਿੱਚ ਫੰਡ ਕਰਨਾ। ਅਸੀਂ ਕਹਿੰਦੇ ਸੀਗੇ ਕੇਬਲ ਮਾਫੀਆ, ਅਸੀਂ ਕਹਿੰਦੇ ਸੀ ਰੇਤਾ ਮਾਫੀਆ, ਅਸੀਂ ਹਰ ਤਰ੍ਹਾਂ ਦੇ ਮਾਫੀਆ ਦੀ ਗੱਲ ਕਰਦੇ ਸੀ, ਲੇਕਿਨ ਅੱਜ ਤੱਕ ਇਹ ਮੰਡੀ ਮਾਫੀਆ ਦੀ ਗੱਲ ਨਹੀਂ ਸੀ ਹੋਈ। ਲੇਕਿਨ ਇਹ ਨਜ਼ਰ ਆ ਗਿਆ ਕਿ ਇਹ ਮੰਡੀ ਮਾਫੀਆ ਵੀ ਉੱਡਾ ਹੀ ਵੱਡਾ ਮਾਫੀਆ ਵਾ ਜਿੱਡੇ ਵੱਡੇ ਮਾਫੀਏ ਸਾਰੇ। ਮਤਲਬ ਤੁਹਾਨੂੰ ਲੱਗਦਾ ਕਿ ਜਿਹੜਾ ਅੱਜ ਤੱਕ ਸੁਣਨ 'ਚ ਆਉਂਦਾ ਸੀ ਕਿ ਜਿਹੜਾ ਆੜ੍ਹਤੀ ਹੈ ਉਹ ਆਪਣੇ ਮਨਮਰਜ਼ੀ ਦਾ ਉਹਨੂੰ ਵਿਆਜ ਲਾਉਂਦਾ, ਉਹਨੂੰ ਪੈਸੇ ਦਾ ਦੇਣ ਦਾ ਉਹਦੀ ਜ਼ਰੂਰਤ ਮੁਤਾਬਕ, ਪਰ ਉਹਦੀਆਂ ਜ਼ਮੀਨਾਂ ਤੱਕ ਹੜੱਪਣ ਦੀ ਜਿਹੜੀ ਅੱਗੇ ਚੱਲ ਰਹਿੰਦੀ ਸੀ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਚੀਜ਼ ਨੂੰ ਲੱਗਦਾ ਵੀ ਉਹ ਸੱਚੀ ਪੀੜਤ ਸੀਗਾ। ਦੇਖੋ, ਆੜ੍ਹਤੀ ਨੂੰ ਇਹ 'ਚੋਂ ਮਨਫੀ ਨਹੀਂ ਕੀਤਾ ਗਿਆ। ਅਗਰ ਤੁਸੀਂ ਕਹੋ ਕਿ ਸਿਸਟਮ 'ਚੋਂ ਆੜ੍ਹਤੀ ਨੂੰ ਬਾਹਰ ਕੱਢਦਾ, ਕਿ ਗਲਤ ਗੱਲ ਹੈ। ਆੜ੍ਹਤੀ ਤਾਂ ਕਰ ਰਿਹਾ ਕੰਮ, ਉਹਨੂੰ ਸਰਕਾਰ ਕਹਿੰਦੀ ਕਿ ਤੂੰ ਪਰਚੇਜ਼ ਕਰਾ, ਤੂੰ ਆਪਣੀ 2.5% ਕਮਿਸ਼ਨ ਲੈ, ਲੇਕਿਨ ਇੱਥੇ ਤੱਕ ਹੀ ਰਹਿ। ਬਾਹਰੋਂ ਮਾਲ ਬਲਕ ਵਿੱਚ ਸਸਤਾ ਖਰੀਦ ਕੇ ਕਿਸਾਨ ਦੇ ਖਾਤੇ ਪਾ ਕੇ ਵੇਚਣ ਵਾਲਾ ਕੰਮ ਜਿਹੜਾ ਤੂੰ ਕੀਤਾ ਨਾ, ਇਹ ਨਹੀਂ ਤਾਂ ਕੋਲ ਹੋਣ ਦੇਣਾ ਮੈਂ। ਇਹ ਸਿੱਧੀ ਗੱਲ ਹੈ, ਇਹ ਵੈਰੀ ਸਿੰਪਲ। ਇਹ ਵਿਵਸਥਾ ਪਰਿਵਰਤਨ ਹੈ, ਔਰ ਇਹਦੇ ਵਿੱਚ ਜਿਹੜੇ ਲੋਕ ਹੈ ਨਾ ਸਾਰੇ, ਔਰ ਇਹ ਜਿਹੜੇ ਪਕੜੇ ਗਏ ਟਰੱਕ ਹੈ, ਉਹਨਾਂ ਨਾਲ ਪੂਰੇ ਪੰਜਾਬ 'ਚ ਇੱਕ ਮੈਸੇਜ ਜ਼ਰੂਰ ਚਲਾ ਗਿਆ ਹੈ ਕਿ ਇਹ ਹੋ ਕੀ ਰਿਹਾ ਵਾ, ਇਹ ਕਿਹੜੀ ਕਣਕ ਹੈ, ਕਿੰਨੇ ਉਗਾਈ ਹੈ, ਕੌਣ ਮਾਲਕ ਹੈ ਇਹਦਾ। ਇਹ ਦੱਸੋ ਵੀ ਜਿਹੜਾ ਹੁਣ ਤੱਕ ਲੱਗਦਾ ਸੀ ਵੀ ਕੇਂਦਰ ਸਰਕਾਰ ਨੇ ਜਿਹੜੇ 3 ਕਾਨੂੰਨ ਬਣਾਏ ਨੇ ਕਿਸਾਨੀ ਦਾ ਸੱਤਿਆਨਾਸ਼ ਕਰਨ ਵਾਸਤੇ, ਇਹ ਸਿਰਫ 3 ਕਾਨੂੰਨ ਹੀ ਜ਼ਿੰਮੇਵਾਰ ਨੇ। ਔਰ ਹੁਣ ਤੱਕ ਜਿੰਨਾ ਜਿਹੜਾ ਸ਼ੋਰ ਮਚਾਇਆ ਗਿਆ ਸੀ ਔਰ ਸਟਾਰਟਿੰਗ ਜਿਹੜੀ ਚੱਲੀ ਸੀ, ਉਹਦੇ ਵਿੱਚ ਪੰਜਾਬ ਸਰਕਾਰ ਨੇ ਵੀ, ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਸਰਕਾਰ ਦਾ ਵੀ ਪੂਰਾ ਯੋਗਦਾਨ ਰਿਹਾ ਸੀ ਉਸ ਲਹਿਰ ਨੂੰ ਉਭਾਰਨ 'ਚ, ਔਰ ਕੋਸ਼ਿਸ਼ ਇਹ ਕੀਤੀ ਸੀ ਕਿ ਇਹ ਸੰਘਰਸ਼ ਪੰਜਾਬ ਦੇ ਖਿਲਾਫ ਨਾ ਹੋ ਕੇ ਇਹ ਦਿੱਲੀ ਦੀਆਂ ਬਰੂਹਾਂ 'ਤੇ ਲੜਿਆ ਜਾਵੇ। ਔਰ ਹੁਣ ਕੀ ਲੱਗਦਾ ਵੀ ਇਹ ਜਿਹੜੀ ਰਣਨੀਤੀ ਅਡੋਪਟ ਹੋਈ ਸੀ, ਇਹਦੇ ਅਸਲੀ ਜਿਹੜੇ ਕਾਰਨ ਸੀਗੇ, ਜਿਵੇਂ ਕਿ ਟਰੱਕ ਫੜੇ ਕਿਸਾਨਾਂ ਨੇ ਖੁਦ ਫੜੇ ਨੇ, ਕਿਸੇ ਇਹ ਨਹੀਂ ਆ ਕਿ ਕਿਸੇ ਸਰਕਾਰੀ ਤੰਤਰ ਨੇ ਫੜ ਕੇ ਦਿੱਤੇ ਆ, ਉਹਨਾਂ ਨੇ ਫੜੇ ਨੇ। ਔਰ ਸਾਡੇ ਧਿਆਨ 'ਚ ਇਹ ਆਇਆ ਕਿ ਜਿਸ ਵੇਲੇ ਉਹਦੀ ਗੱਲ ਚੱਲਣ ਲੱਗੀ, ਜਦੋਂ ਜਿਹੜੇ ਉੱਥੇ ਮੌਜੂਦ ਕਿਸਾਨ ਸੀ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ ਇਕੱਲਾ ਮੋਦੀ ਹੀ ਨਹੀਂ, ਕੇਂਦਰ ਹੀ ਨਹੀਂ ਹੈ, ਇਹ ਕੈਪਟਨ ਕਿਹੜਾ ਘੱਟ ਆ, ਕਿ ਅਸੀਂ ਇਹਨਾਂ ਦੇ ਖਿਲਾਫ ਵੀ ਲੜਾਂਗੇ ਕਿਉਂਕਿ ਇਹ ਸਾਡੇ ਹਿੱਤਾਂ ਨੂੰ ਪ੍ਰਭਾਵਿਤ ਹੋਣ ਦੇ ਰਹੇ ਆ, ਇਹ ਬਾਹਰੋਂ ਕਣਕ ਬਕਵਾ ਰਹੇ ਨੇ। ਅਤੇ ਉਹ ਜਦੋਂ ਕਹਿੰਦੇ ਰੌਲਾ ਪੈਣਾ ਸ਼ੁਰੂ ਹੋਇਆ, ਅਤੇ ਉਸੇ ਸ਼ਾਮ ਨੂੰ ਇਹ ਕਾਰਵਾਈ ਹੋਈ ਆ ਫਿਰੋਜ਼ਪੁਰ ਔਰ ਬਠਿੰਡਾ ਦੇ ਵਿੱਚ ਜਿਹੜੇ ਆ ਉਹ ਹਜ਼ਾਰਾਂ ਜਿਹੜੀਆਂ ਬੋਰੀਆਂ ਨੇ, ਸੈਂਕੜੇ ਟਰੱਕਾਂ ਦੇ ਜਿਹੜੇ ਭਰ ਕੇ ਉੱਥੇ ਗੋਦਾਮ ਜਮ੍ਹਾਂ ਹੋ ਚੁੱਕੇ ਸੀ, ਉਹਨਾਂ ਖਿਲਾਫ ਪਰਚੇ ਦਰਜ ਹੋ ਗਏ ਆ। ਤੁਸੀਂ ਦੱਸੋ ਵੀ ਇਹਦੇ ਵਿੱਚੋਂ ਲੱਗਦਾ ਵੀ ਕਿਸਾਨ ਹੁਣ ਅਸਲੀ ਮਨਸ਼ਾ ਜਿਹੜੀ ਆ ਇਹਨਾਂ ਸਿਆਸੀ ਪਾਰਟੀਆਂ ਨੂੰ ਸਮਝਣ ਦੇ ਸਮਰੱਥ ਹੋ ਜਾਏਗਾ ਪੰਜਾਬ ਦਾ? ਮੈਂ ਤਾਂ ਕਹਿੰਦਾ ਕਿ ਇਹ ਜਿਹੜੀ ਸਰਕਾਰ, ਜਿਹੜਾ ਰੌਲਾ ਪਿਆ ਸੀਗਾ ਕਿ ਜੀ ਇਹ ਕਾਗਜ਼ ਕੇਂਦਰ ਮੰਗ ਕੇ ਸਾਨੂੰ ਫਾਹਾ ਲਾ ਰਿਹਾ, ਇਹ ਸਾਡੇ ਕੋਲ ਕਾਗਜ਼ ਕਾਹਦੇ ਮੰਗਦੇ ਆ, ਅਸੀਂ ਕੱਲ੍ਹ ਹੀ ਆਪਣੀਆਂ ਜ਼ਮੀਨਾਂ ਦੇ ਕਾਗਜ਼ ਦਈਏ, ਜਾਂ ਇਹਦੇ ਦੇਣ 'ਚ ਪ੍ਰੋਬਲਮ ਹੈ, ਜਾਂ ਇਹ ਪਟਵਾਰੀ ਟਾਈਮ ਸਿਰ ਚਾੜ੍ਹਦੇ ਨਹੀਂ, ਜਾਂ ਅਸੀਂ ਐਗਰੀਮੈਂਟ ਕਰਕੇ ਬਿਨਾਂ ਹੀ ਜ਼ਬਾਨੀ ਤੇ ਕਲਾਮੀ ਜ਼ਮੀਨਾਂ ਲੈ ਲਈਆਂ ਵਾ, ਅਸੀਂ ਇੱਕ ਪੜਤ 'ਚ ਨਹੀਂ ਪੈਂਦੇ। ਉਸ ਚੀਜ਼ ਦਾ ਫਾਇਦਾ ਅੱਜ ਹੀ ਨਜ਼ਰ ਆ ਗਿਆ ਜਦੋਂ ਇਹ ਅਵੈਧ ਕਣਕ ਨਜ਼ਰ ਆ ਰਹੀ ਹੈ ਸਾਨੂੰ ਸਾਹਮਣੇ ਪਈ। ਸਾਨੂੰ ਨਜ਼ਰ ਆ ਰਿਹਾ ਕਿ ਅਗਰ ਇਸ ਸਿਸਟਮ ਨਾਲ ਚੱਲੇਗਾ ਤਾਂ ਕਿਸਾਨ ਦਾ ਕੀ ਨੁਕਸਾਨ ਹੈਗਾ। ਮੈਨੂੰ ਹੁਣ ਲੱਗਦਾ ਵਾ ਜਿਹੜਾ ਕਿਸਾਨੀ ਸੰਘਰਸ਼ ਹੈ, ਜਿਹੜਾ ਇਹ ਬਾਹਰੋਂ ਲਿਆ ਕੇ ਮਾਲ ਵੇਚਦੇ ਕਿਸਾਨ ਦੇ ਨਾਂ 'ਤੇ, ਉਹ 'ਚ ਕਿਸਾਨ ਨੂੰ ਕੀ ਫਾਇਦਾ ਮਿਲ ਰਿਹਾ? ਕੋਈ ਫਾਇਦਾ ਨਹੀਂ। ਉਹਨੂੰ ਪੈਸੇ ਦਿੰਦੇ, ਵਿਆਜ ਲੈਂਦੇ ਆ, ਉਹਦੀ ਜ਼ਮੀਨ ਤੋਂ ਉਹਦੀ ਜ਼ਮੀਨ ਵੀ ਰੱਖਦੇ ਆ, ਉਹਦਾ ਸਾਰਾ ਕੁਝ ਮਤਲਬ ਪਾ ਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਨਵੇਂ ਹਾਲਾਤ ਬਣੇ ਨੇ, ਨਵੀਆਂ ਚੀਜ਼ਾਂ ਸਾਹਮਣੇ ਆਈਆਂ ਨੇ, ਉਹ ਤੋਂ ਬਾਅਦ ਜਿਹੜਾ ਕਿਸਾਨੀ ਸੰਘਰਸ਼ ਨੇ, ਕਿਸਾਨ ਵਰਗ ਆ, ਉਹਦੇ ਵੀ ਸੋਚਣ ਦਾ ਢੰਗ ਤਰੀਕਾ ਜਿਹੜਾ ਬਦਲ ਜਾਏਗਾ, ਜਿਹੜਾ ਸਿਰਫ ਇੱਕ ਧਿਰ ਨੂੰ ਕਸੂਰਵਾਰ ਮੰਨਦਾ ਸੀ। ਕਿਉਂਕਿ ਹੁਣ ਤੱਕ ਤੁਸੀਂ ਪੰਜਾਬ 'ਚ ਦੇਖਦੇ ਆ ਸਿਰਫ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਬੀਜੇਪੀ ਵਾਲਿਆਂ ਨੂੰ ਪਿੰਡ ਨਹੀਂ ਵੰਡ ਦੇਣਾ, ਲੇਕਿਨ ਕਿਸੇ ਨੇ ਨਹੀਂ ਕਿਹਾ ਸੀ ਅਸੀਂ ਕਾਂਗਰਸ ਵਾਲਿਆਂ ਨੂੰ ਨਹੀਂ ਵੰਡ ਦੇਣਾ, ਜਾਂ ਅਕਾਲੀ ਦਲ ਨੂੰ ਨਹੀਂ ਵੰਡ ਦੇਣਾ, ਜਾਂ ਆਮ ਆਦਮੀ ਨੂੰ ਨਹੀਂ ਵੰਡ ਦੇਣਾ। ਤੁਹਾਨੂੰ ਲੱਗਦਾ ਕਿ ਸਿਆਸੀ ਪਾਰਟੀਆਂ ਜਿਹੜੀ ਅਸਲੀ ਮੰਸ਼ਾ ਆ ਜਾਂ ਇਹਦੇ ਪਿੱਛੇ ਜੋ ਸਿਆਸਤ ਹੈ, ਉਹ ਸਾਡਾ ਪੰਜਾਬੀ ਹੁਣ ਉਹਨੂੰ ਸਮਝ ਗਿਆ ਹੋਵੇਗਾ?
ਸਮਝ ਦੇਖੋ ਗੱਲ ਪਤਾ ਕੀ ਹੈ, ਸਮਝਣ ਵਾਸਤੇ ਵੀ ਦਿਮਾਗ ਚਾਹੀਦਾ, ਔਰ ਸਾਡੇ ਬੰਦੇ ਕੋਲ ਦਿਮਾਗ ਨਹੀਂ ਹੈ ਐਸੀ ਕੋਈ ਗੱਲ ਨਹੀਂ ਹੈ। ਸਾਡੇ ਬੰਦੇ ਬਹੁਤ ਦਿਮਾਗ ਵਾਲੇ ਹੈ ਔਰ ਉਹਨਾਂ ਨੂੰ ਸਭ ਕੁਝ ਪਤਾ ਕਿ ਕਿੱਦਾਂ ਸਾਰਾ ਸਿਸਟਮ ਚੱਲਦਾ ਹੈਗਾ, ਠੀਕ ਹੈ ਨਾ। ਇਸ ਕਰਕੇ ਇਹ ਚੀਜ਼ ਦੇ ਨੰਗੇ ਹੋਣ ਦੇ ਨਾਲ ਸਾਨੂੰ ਇਹ ਨਜ਼ਰ ਆ ਗਿਆ ਕਿ ਆੜਤੀ ਵਰਗ ਇਸ ਚੀਜ਼ ਦੇ ਪਿੱਛੇ ਕਿਉਂ ਜ਼ਿਆਦਾ ਉਭਾਰ ਦੇ ਰਿਹਾ ਸੀ ਔਰ ਕਿਉਂ ਐਸੇ ਹਾਲਾਤ ਬਣਾਏ ਜਾ ਰਹੇ ਸੀ ਕਿ ਕਿਸਾਨ ਦਾ ਔਰ ਆੜਤੀ ਦਾ 9 ਮਾਰਚ ਦਾ ਰਿਸ਼ਤਾ ਦੱਸ ਕੇ ਆੜਤੀ ਨੂੰ ਇਸ ਤਰ੍ਹਾਂ ਦੀ ਠੱਗੀ ਮਾਰਨ ਵਾਸਤੇ ਰਾਹ ਦਿੱਤਾ ਜਾ ਰਿਹਾ ਸੀ। ਉਹ ਹੁਣ ਰਾਹ ਮਿਲਣਾ ਨਹੀਂ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਤੋਂ ਬਾਅਦ ਅਸੀਂ ਇਹ ਸਾਰੇ ਗੱਲ ਸਮਝ ਜਾਵਾਂਗੇ ਕਿ ਕਿਸੇ ਵੀ ਖਾਸ ਕਿਸੇ ਵੀ ਇੱਕ ਸਿਆਸੀ ਪਾਰਟੀ ਨੂੰ ਅਸੀਂ ਸਾਰਾ ਕਸੂਰ ਸੁੱਟ ਕੇ ਅਸੀਂ ਇਹ ਗੱਲ ਲਈ ਨਹੀਂ ਸਮਝ ਸਕਦੇ ਕਿ ਹਾਂਜੀ ਸਾਡਾ ਜਿਹੜਾ ਮਸਲੇ ਉਹ ਸਾਰੇ ਹੱਲ ਹੋ ਜਾਣਗੇ। ਲੱਗਦਾ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਆਪਸੀ ਜਿਹੜੀ ਸਾਂਝ ਭਿਆਲੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਸਾਡੇ ਪੰਜਾਬੀ ਹੁਣ ਸਮਝਣ ਲੱਗੇ ਨੇ ਔਰ ਇਹ ਜਿਹੜੀਆਂ ਘਟਨਾ ਚੱਕਰ ਸਮਝਣਾ ਇਸ ਤੋਂ ਬਾਅਦ ਸਾਨੂੰ ਬਹੁਤ ਕੁਝ ਸਪਸ਼ਟ ਹੋ ਜਾਏਗਾ। ਸਾਨੂੰ ਪਤਾ ਲੱਗ ਜਾਏਗਾ ਕਿ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਕਿਸਾਨ ਦਾ ਕਿੱਥੇ ਕਿੰਨਾ ਹਿੱਤ ਪੂਰਤ ਹੋ ਰਿਹਾ ਔਰ ਕਿੰਨਾ ਕਿਸੇ ਦੇ ਹੋਰ ਦੇ ਹਿੱਤਾਂ ਦੀ ਜਿਹੜੀ ਪੂਰਤੀ ਹੋ ਰਹੀ ਹੈ ਔਰ ਕਿਉਂ ਇਹਦੇ ਉੱਤੇ ਇੰਨਾ ਵਬੇਲਾ ਮਚ ਰਿਹਾ। ਇਹਦੇ ਅਸਲੀ ਨਤੀਜੇ ਕੀ ਨਿਕਲਣਗੇ ਇਹ ਹੌਲੀ ਹੌਲੀ ਸਾਨੂੰ ਹੁਣ ਸਮਝਣਾ ਸ਼ੁਰੂ ਕਰ ਦੇਣਾ ਚਾਹੀਦਾ ਔਰ ਕਿਸਾਨ ਵਰਗੇ ਨਹੀਂ ਸਾਨੂੰ ਆਮ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਵੀ ਇਸ ਤੋਂ ਬਾਅਦ ਇਹ ਸਮਝ ਆਉਣੀ ਸ਼ੁਰੂ ਹੋ ਜਾਏਗੀ ਕਿ ਅਸੀਂ ਸਾਰੀਆਂ ਸਿਆਸੀ ਧਿਰਾਂ ਦੀ ਜਿਹੜੀ ਰਣਨੀਤੀ ਹੈ ਜਿਹੜੇ ਉਹਨਾਂ ਦੇ ਪੈਂਤੜੇ ਉਹਨੂੰ ਬਹੁਤ ਹੀ ਧਿਆਨ ਨਾਲ ਠਰਮੇ ਨਾਲ ਇੱਕ ਦਰਸ਼ਕ ਵਜੋਂ ਦੇਖਣਾ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਅਗਲੀਆਂ ਚੋਣਾਂ 'ਚ ਫੈਸਲਾ ਕਰ ਸਕੀਏ ਕਿ ਸਾਡਾ ਸੱਚਮੁੱਚ ਪੰਜਾਬੀਆਂ ਦਾ ਹਿਤੈਸ਼ੀ ਕੌਣ ਆ, ਕੌਣ ਸਾਨੂੰ ਵਧੀਆ ਸਿਸਟਮ ਦੇਣ ਵਾਸਤੇ ਸੁਧਾਰ ਕਰਨਾ ਚਾਹੁੰਦਾ ਅਤੇ ਕੌਣ ਸਾਨੂੰ ਘਸੇ ਪੇਟੇ ਸਿਸਟਮ ਵਿੱਚ ਰੱਖ ਕੇ ਸਾਡੇ ਨਾਂ ਉੱਤੇ ਕੁਝ ਜਿਹੜੇ ਕਾਰਪੋਰੇਟਰ ਨੇ ਉਹਨਾਂ ਨੂੰ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਨੂੰ ਠੱਗੀਆਂ ਮਾਰਨ ਦਾ ਜਿਹੜਾ ਰਾਹ ਖੋਲ੍ਹ ਕੇ ਰੱਖਣਾ ਚਾਹੁੰਦਾ। ਅਤੇ ਅਸੀਂ ਇਹਨਾਂ ਦੇ ਉੱਤੇ ਸਪਸ਼ਟ ਜਿਹੜਾ ਉਹ ਫੈਸਲਾ ਕਰ ਸਕਾਂਗੇ। ਅਤੇ ਆਓ ਸਾਡੇ ਨਾਲ ਬਣੇ ਰਹੋ ਕੇਸਰੀ ਵਿਰਾਸਤ ਵਿੱਚ ਅਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਓ ਅਤੇ ਇਹਨੂੰ ਲਾਈਕ ਵੀ ਕਰਨਾ ਅਤੇ ਆਪਣਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣੀ ਹੈ ਔਰ ਆਓ ਜੁੜੇ ਰਹੋ ਸਾਡੇ ਨਾਲ ਤਾਂ ਕਿ ਆਉਣ ਵਾਲੀਆਂ ਅਗਲੀਆਂ ਚੋਣਾਂ ਤੱਕ ਅਸੀਂ ਸਮੂਹ ਪੰਜਾਬੀ ਰਲ ਮਿਲ ਕੇ ਕੋਈ ਅਜਿਹਾ ਫੈਸਲਾ ਲੈ ਸਕੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ ਸਿਆਸੀ ਮਨਸ਼ਾ ਦੇ ਨਾਲ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਵੀ ਕਾਰਪੋਰੇਟਰ ਘਰਾਣੇ ਜਿਹੜੇ ਸਾਡੇ ਹਿੱਤਾਂ ਨੂੰ ਪ੍ਰਭਾਵਿਤ ਨਾ ਕਰ ਸਕਣ। ਇੱਥੇ ਗੱਲਬਾਤ ਖਤਮ ਕਰਦੇ ਹੋਏ ਅਸੀਂ ਸ਼ਰਮਾ ਜੀ ਬੋਲੋ। ਜਾਂਦੇ ਜਾਂਦੇ ਮੈਂ ਵੀ ਪੰਚਾਇਤਨਾਮਾ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਔਰ ਸਤਿ ਸ਼੍ਰੀ ਅਕਾਲ ਕਹਿੰਦੇ ਹੋਏ ਤੁਹਾਡੇ ਅੱਛੇ ਭਵਿੱਖ ਦੀ ਕਾਮਨਾ ਕਰਦਾ ਜੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਜੀ।